तो एक दर्द है मिठा मिठा, और वो दर्द सुकून दिंदा है। ਜਦੋਂ ਆਪਾਂ ਲਾਵਾਂ ਦਾ ਪਾਠ ਕਰਦੇ ਹਾਂ ਨਾ ਜੀ, ਤੀਸਰੀ ਲਾਮ ਦੇ ਵਿੱਚ ਇੱਕ ਉਹ ਪੰਕਤੀ ਹੈ, ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ। ਉਹ ਬਿਰਹਾ ਦੀ ਅਵਸਥਾ ਹੈ, ਦਰਦ ਹੈ ਇੱਕ। ਵਿਛੋੜੇ ਦਾ ਅਹਿਸਾਸ ਹੈ ਤੇ ਮਿਲਣ ਦਾ ਚਾਅ ਹੈ। ਵੈਰਾਗੀਆਂ ਦੇ ਅੰਦਰ ਚਾਅ ਵੀ ਪੈਦਾ ਹੋਇਆ ਤੇ ਦਰਦ ਵੀ ਪੈਦਾ ਹੋਇਆ। ਸਤਿਗੁਰਾਂ ਨੇ ਸਾਨੂੰ ਦੁਨਿਆਵੀ ਉਦਾਹਰਨ ਦੇ ਕੇ ਪ੍ਰਮਾਤਮਾ ਦੇ ਨਾਲ ਜੋੜਿਆ। ਬੱਚੀ ਦਾ ਜਿਸ ਵੇਲੇ ਵਿਆਹ ਹੁੰਦਾ ਹੈ ਉਹ ਪਰਿਵਾਰ ਨੂੰ ਛੱਡਦੀ ਹੈ, ਇਹ ਵਿਛੋੜਾ ਹੈ। ਪਤੀ ਦੇ ਘਰ ਜਾਣਾ ਹੈ, ਇਹ ਚਾਅ ਹੈ। ਸਮਝਾਉਣ ਵਾਸਤੇ, ਸੌਖਾ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ। ਤੋ ਇਸ ਸ਼ਬਦ ਦੇ ਅੰਦਰ ਕਮਾਲ ਦਾ ਬਚਨ ਹੈ ਸਤਿਗੁਰਾਂ ਦਾ। ਮੈਂ ਜਿਸ ਵੇਲੇ ਵੀ ਇਸ ਸ਼ਬਦ ਦਾ ਗਾਇਨ ਕਰਦਾ ਹਾਂ, ਮੇਰੇ ਸਾਹਮਣੇ ਇੱਕ ਤਸਵੀਰ ਜਿਹੀ ਆਉਂਦੀ ਹੈ। ਮੈਂ ਇੱਕ ਬੇਨਤੀ ਕਰਾਂ, ਜਦੋਂ ਕੋਈ ਕਵੀ ਰਚਨਾ ਤਿਆਰ ਕਰਦਾ ਹੈ ਨਾ, ਕੋਈ ਕਵਿਤਾ ਤਿਆਰ ਕਰਦਾ ਹੈ, ਕਵਿਤਾ ਲਿਖਣ ਤੋਂ ਪਹਿਲਾਂ ਜਿਸ ਸਬਜੈਕਟ 'ਤੇ, ਜਿਸ ਵਿਸ਼ੇ 'ਤੇ ਉਹਨੇ ਕਵਿਤਾ ਲਿਖਣੀ ਹੈ, ਪਹਿਲਾਂ ਵਾਕਿਆ ਜਿਹੜਾ ਉਸ ਨੂੰ ਸਿਰਜਦਾ ਹੈ। ਕਵੀ ਵਾਕਿਆ ਸਿਰਜਦਾ ਹੈ, ਫਿਰ ਅੰਤਰ ਆਤਮੇ ਜਿੱਥੇ ਉਹ ਘਟਨਾ, ਜਿੱਥੇ ਉਹ ਵਾਕਿਆ ਹੋ ਰਿਹਾ ਹੈ, ਉੱਥੇ ਪਹੁੰਚ ਜਾਂਦਾ। ਜੇ ਉਹਨੇ ਅੰਬਰ ਦੀ ਗੱਲ ਲਿਖਣੀ ਹੈ, ਸਿਤਾਰਿਆਂ ਤਾਰਿਆਂ ਦੀ ਗੱਲ ਲਿਖਣੀ ਹੈ, ਚੰਦਰਮਾ ਦੀ ਖੂਬਸੂਰਤੀ ਦਾ ਵਰਣਨ ਕਰਨਾ ਹੈ, ਤਾਂ ਉਹ ਖਿਆਲ ਕਰਕੇ ਅੰਤਰ ਆਤਮੇ ਉਸ ਅਸਮਾਨ 'ਤੇ ਉਸ ਦੀ ਉਡਾਰੀ ਹੁੰਦੀ ਹੈ, ਅਸਮਾਨੀ ਉਡਾਰੀ ਹੁੰਦੀ ਹੈ, ਜਿੱਥੇ ਅੰਬਰ ਹੈ, ਜਿੱਥੇ ਤਾਰੇ ਹਨ, ਜਿੱਥੇ ਚੰਦ ਹੈ। ਔਰ ਉਸ ਖਿਆਲ ਉਡਾਰੀ ਦੇ ਵਿੱਚੋਂ ਉਸ ਨੂੰ ਅੱਖਰ ਆਉਂਦੇ ਹਨ। ਉਹ ਅੱਖਰ ਆਪਣੀ ਕਵਿਤਾ ਦੇ ਵਿੱਚ ਲਿਖਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਸਤਿਗੁਰੂ ਆਤਮਿਕ ਤੌਰ 'ਤੇ ਉਸ ਪਰਮਾਤਮਾ ਦੀ ਦਰਗਾਹ ਤੱਕ ਉਹਨਾਂ ਦੀ ਸਾਂਝ ਪੈਂਦੀ ਹੈ, ਉਹ ਜਿਹੜੀ ਦਰਗਾਹੀ ਉਡਾਰੀ ਹੈ, ਉਸ ਨੂੰ ਅਸੀਂ ਗੁਰਬਾਣੀ ਆਖਦੇ ਹਾਂ। ਵਾਕਿਆ ਹੈ। ਇਸੇ ਕਰਕੇ ਦਰਗਾਹ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਬਾਣੀ ਦੇ ਵਿੱਚ। ਗੁਰੂ ਸਾਹਿਬ ਦੇ ਜਦੋਂ ਮੌਜ ਵਿੱਚ ਜਾਂਦੇ ਹਨ, ਉਸ ਅਵਸਥਾ ਵਿੱਚ ਜਾਂਦੇ ਹਨ, ਤਾਂ ਫਿਰ ਬਾਣੀ ਉਚਾਰਦੇ ਹਨ। ਇਸ ਸ਼ਬਦ ਦੇ ਅੰਦਰ ਸਤਿਗੁਰੂ ਕਹਿੰਦੇ, ਉਮਕਿਓ ਹੀਓ, ਮੇਰੇ ਹਿਰਦੇ ਦੇ ਵਿੱਚ ਚਾਅ ਪੈਦਾ ਹੋਇਆ, ਮੇਰਾ ਦਿਲ ਕੀਤਾ ਮਿਲਣ ਪ੍ਰਭ ਤਾਈਂ, ਪ੍ਰਭੂ ਨੂੰ ਮਿਲਣ ਵਾਸਤੇ, ਵਾਹਿਗੁਰੂ ਨੂੰ ਮਿਲਣ ਵਾਸਤੇ। ਹੁਣ ਚਾਅ ਪੈਦਾ ਹੋਇਆ ਹੈ ਮਿਲਣ ਦਾ, ਤੇ ਫਿਰ ਖੋਜ ਵੀ ਸ਼ੁਰੂ ਹੋਏਗੀ ਨਾ ਜੀ। ਹੈ ਕਿੱਥੇ, ਹੈ ਕਿਹੋ ਜਿਹਾ ਨਾ। ਖੋਜ ਚੜ੍ਹੋ ਦੇਖੂੰ ਪ੍ਰਿਆ ਜਾਈ, ਮੈਂ ਦੇਖਾਂ ਉਸ ਨੂੰ ਜਾ ਕੇ। ਖੋਜ ਸ਼ੁਰੂ ਹੋ ਗਈ। ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿੱਚ ਆਈ। ਵਿਦਵਾਨ ਲੋਕ ਜੋ ਇਹਨਾਂ ਨੇ ਅਰਥ ਕੀਤੇ ਹਨ ਕਿ ਪਰਮਾਤਮਾ ਦੇ ਮਿਲਣ ਦੀ ਅੰਦਰ ਤਾਂਘ ਪੈਦਾ ਹੋਣੀ ਹੀ ਪਰਮਾਤਮਾ ਦਾ ਸੁਨੇਹਾ ਹੈ ਕਿ ਮੈਂ ਤੇਰੇ ਘਰ ਆਵਾਂਗਾ। ਇਹ ਤਾਂਘ ਪੈਦਾ ਹੋਈ ਉਸ ਪਰਮਾਤਮਾ ਦਾ ਸੁਨੇਹਾ ਹੈ ਕਿ ਮੈਂ ਤੇਰੇ ਘਰ ਆਵਾਂਗਾ। ਸੁਣਤ ਸੰਦੇਸਰੋ, ਇਹ ਸੁਨੇਹਾ ਸੁਣਦੇ ਸਾਰ, ਹੁਣ ਜਦੋਂ ਕੋਈ ਮਹਿਮਾਨ ਆਉਣਾ ਹੋਵੇ, ਆਪਾਂ ਘਰ ਦੇ ਵਿੱਚ ਤਿਆਰੀ ਕਰਦੇ ਨਾ ਜੀ, ਕਿਸੇ ਮਹਿਮਾਨ ਨੇ ਆਉਣਾ, ਤੇ ਕਹਿੰਦੇ ਜਿਸ ਕਮਰੇ ਦੇ ਵਿੱਚ ਉਸ ਨੂੰ ਰੱਖਣਾ ਹੈ, ਇਸ ਕਮਰੇ ਵਿੱਚ ਰਹੇਗਾ, ਉਸ ਵਾਸਤੇ ਆਪਾਂ ਬਿਸਤਰਾ ਤਿਆਰ ਕਰਦੇ ਹਾਂ, ਉਸ ਦੀਆਂ ਸਹੂਲਤਾਂ ਹੈ ਨਾ। ਤਾਂ ਗੁਰੂ ਸਾਹਿਬ ਕਹਿੰਦੇ, ਜਦੋਂ ਮੇਰੇ ਮਨ ਦੇ ਅੰਦਰ ਚਾਅ ਪੈਦਾ ਹੋਇਆ, ਮੈਂ ਉਸ ਪਰਮਾਤਮਾ ਦਾ ਸੁਨੇਹਾ ਜਾਣ ਕੇ ਆਪਣੇ ਹਿਰਦੇ ਰੂਪੀ ਸੇਜ ਨੂੰ ਸਜਾ ਲਿਆ।
ਸੰਵਾਰ ਦਿੱਤਾ ਜਿੱਥੇ ਜਿੱਥੇ ਉਸਨੇ ਆਣ ਕੇ ਬਹਿਣਾ, ਤਿਆਰੀ ਕਰ ਲਈ ਨਾ ਜੀ ਕਮਰੇ ਦੇ ਵਿੱਚ। ਤੇ ਫਿਰ ਉਸ ਦੀ ਖੋਜ ਕੀਤੀ ਕਿ ਲੱਭ ਕੇ ਆਈਏ ਕਿੱਥੋਂ ਮਿਲੇਗਾ ਜੀ, ਰਹਿੰਦਾ ਕਿੱਥੇ ਹੈ, ਕਿਹੜੀ ਗਲੀ ਵਿੱਚ ਰਹਿੰਦਾ ਹੈ, ਕਿਹੜੇ ਮੁਹੱਲੇ ਵਿੱਚ ਰਹਿੰਦਾ ਹੈ, ਕਿਹੜੇ ਸ਼ਹਿਰ ਵਿੱਚ ਰਹਿੰਦਾ। ਲੱਭਣਾ ਸ਼ੁਰੂ ਕਰ ਦਿੱਤਾ, ਘਰ ਤਿਆਰੀ ਵੀ ਕਰ ਲਈ। ਭਰਮ ਆਇਓ ਤਾਂ ਨਜ਼ਰ ਨਾ ਪਾਈ, ਸਾਰਾ ਸ਼ਹਿਰ ਦੇਖ ਲਿਆ, ਮੁਹੱਲੇ ਦੇਖ ਲਏ, ਗਲੀਆਂ ਦੇਖ ਲਈਆਂ, ਲੱਭਿਆ ਨਹੀਂ ਕਿਤੇ ਵੀ। ਹੁਣ ਖੋਜ ਕਰਦਿਆਂ ਕਰਦਿਆਂ ਅਵਸਥਾ ਇਹ ਹੋ ਗਈ, ਕਿਨ ਬਿਦ ਹੀਰੋ ਧੀਰੈ ਨਿਮਾਣੋ ਮਿਲ ਸਾਜਨ ਹੁਣ ਤੁਝ ਕੁਰਬਾਨੋ। ਤੇਰੇ ਮਿਲਾਪ ਤੋਂ ਬਿਨਾਂ ਮੇਰੇ ਹਿਰਦੇ ਨੂੰ ਧੀਰਜ ਨਹੀਂ ਆਉਂਦੀ, ਇਹ ਟਿਕਦਾ ਨਹੀਂ, ਸਹਿਜ ਨਹੀਂ ਆਉਂਦਾ, ਇਹ ਠਹਿਰਦਾ ਨਹੀਂ, ਰੁਕਦਾ ਨਹੀਂ। ਤੜਪ ਹੈ ਅੰਦਰ, ਉਹ ਬਿਰਹਾ ਦੀ ਤੜਪ ਹੈ। ਕਿਨ ਬਿਦ ਹੀਰੋ ਧੀਰੈ ਨਿਮਾਣੋ, ਕਿਹੜਾ ਤਰੀਕਾ ਜਿਸ ਦੇ ਨਾਲ ਇਸ ਨੂੰ ਧੀਰ ਜਾਵੇ? ਉਹ ਹੈ ਮਿਲ ਸਾਜਨ ਹੁਣ ਤੁਝ ਕੁਰਬਾਨੋ, ਤੂੰ ਮਿਲੇਗਾ ਤੇ ਇਸ ਨੂੰ ਧੀਰ ਜਾਏਗੀ, ਹਿਰਦਾ ਸ਼ਾਂਤ ਹੋਏਗਾ ਤੇ ਮੇਰੇ ਮਾਲਕ ਮਿਲ ਪਾਓ ਨਾ। ਇੱਕ ਤਰਲਾ ਹੈ, ਇੱਕ ਮਿੰਨਤ ਹੈ, ਮਿਲ ਕੇ ਗਾਇਨ ਕਰੀਏ। ਸ਼ਬਦ ਦੇ ਵਿੱਚ ਧਿਆਨ ਰੱਖਿਓ, ਬਹੁਤ ਰਸ ਆਏਗਾ। ਜਿਵੇਂ ਜਿਵੇਂ ਸਮਝ ਪਵੇਗੀ ਤਿਵੇਂ ਤਿਵੇਂ ਰਸ ਆਏਗਾ।